इस भ्रष्टाचार भरे सिस्टम तो मैं परेशान हो गया सी कि बहुत नारे ला ले चौंकों के खड़ के, भगत सिंह तेरी सोच ते पैरा देंगे ठोक के। एक बारी भगत सिंह बनो, फांसी भी चढ़ना पिया फांसी भी चढ़ो, पर मैदान च एक बारी ਜੇ ਕਿਸਾਨ ਪਾਰਟੀ ਅਨਾਉਂਸ ਕਰ ਦਿੰਦੇ ਫਿਰ ਵੀ ਤੁਸੀਂ ਆਮ ਆਦਮੀ ਪਾਰਟੀ ਚਾਹੁੰਦੇ ਜਾਂ ਫਿਰ ਕਿਸਾਨਾਂ ਵੱਲੋਂ ਕਿਸਾਨਾਂ ਦੀ ਪਾਰਟੀ ਨਾਲ ਖੜ ਕੇ ਲੜਦੇ? किसान अपनी पार्टी बना रहे तो उन्होंने पार्टी बनाने की लोड़ नहीं, क्योंकि किसान अंदोलन के विच बैठ के ही कह रहे थे भी सियासत नहीं करनी। अपना अंदोलन की जिन्नी मेरे तो सेवा निभाती हुई मैं निभाई। उस तो बाद असी जदन का आम आदमी पार्टी ज्वाइन की। ਅਰੁਣ ਸੂਦ ਨਾਲ ਵੀ ਗੱਲਬਾਤ ਕੀਤੀ, ਉਹਨਾਂ ਦਾ ਕਾਫੀ ਸਾਰਾ ਉਹ ਲਗਾਤਾਰ ਇਹੀ ਕਹਿ ਰਹੇ ਆ ਕਿ ਅਗਰ ਦਿੱਲੀ ਮਾਡਲ ਚੰਡੀਗੜ੍ਹ ਚਾਹੇ ਤਾਂ ਚੰਡੀਗੜ੍ਹ ਵਿੱਚ ਕੀ ਚੰਡੀਗੜ੍ਹ ਨੂੰ ਪ੍ਰਦੂਸ਼ਣ ਕਰਨਾ ਚਾਹੁੰਦੀ ਆਮ ਆਦਮੀ ਪਾर्टी। जिस इंसान ने काम करने हों उन्होंने रोल मॉडल समझ आता है, और जिस इंसान ने काम करवाने हों उन्होंने रोल मॉडल समझ आता है। हैल्थ, एजुकेशन, बिजली, पानी और सफाई तो चंडीगढ़ दोबारा नंबर 1 लैके आवा। दिल्ली दे विच केजरीवाल साहब ने रोल मॉडल लोगों को समझाया तो तीजी बार दोबारा केजरीवाल साहब आ रहे। उन्होंने कितना तंग परेशान किया जा रहा है, उन्होंने सेंटर च भी बीजेपी, उन्होंने MCD च भी बीजेपी, पर फिर भी दोनों नत्थ पा के रखी हुई है। असी अपना एक बारी मेयर बना लीए, डेफिनेटली उन्होंने भी नत्थ पावांगे और चंडीगढ़ में एक बारी बना के दिखावांगे। ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ, ਮੈਂ ਅਮਨਦੀਪ ਸਿੰਘ ਗੜੀ। ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿੱਚ ਇੱਕ ਵੱਖਰਾ ਹੀ ਐਤਕੀ ਇਤਿਹਾਸ ਦੇਖਣ ਨੂੰ ਮਿਲਿਆ। ਲੰਬੇ ਸਮੇਂ ਤੋਂ ਦੇਖਿਆ ਜਾਵੇ ਬੀਜੇਪੀ ਜਿਹੜੀ ਆ ਉਹ ਜਿੱਤਦੀ ਆ ਰਹੀ ਸੀਗੀ। ਮੇਅਰ ਦੇ ਸੀਟ ਦੇ ਉੱਤੇ ਵੀ ਜਿਹੜਾ ਬੀਜੇਪੀ ਪਾਰਟੀ ਸੀ, ਪਰ ਇਸ ਵਾਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਕਾਂਗਰਸ 'ਚ ਜਾ ਰਹੇ ਆ ਅਤੇ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਸੀ, ਪਰ ਇਸ ਵਾਰ ਆਮ ਆਦਮੀ ਪਾਰਟੀ ਨੇ ਇੱਕ ਸਰਪ੍ਰਾਈਜ਼ ਦਿੱਤਾ ਅਤੇ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ। ਅਤੇ ਸਭ ਤੋਂ ਇੰਟਰਸਟਡ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ, ਇੰਟਰਸਟਡ ਗੱਲ ਇਹ ਦੇਖਣ ਵਾਲੀ ਕਿ ਚੰਡੀਗੜ੍ਹ ਦੇ ਜਿਹੜੇ ਸਾਬਕਾ ਮੇਅਰ ਆ ਰਵੀ ਕਾਂਤ ਸ਼ਰਮਾ, ਉਹਨਾਂ ਨੂੰ ਜਿਹੜਾ ਆ ਹਰਾਇਆ ਗਿਆ, ਕਿਉਂਕਿ ਲਗਾਤਾਰ ਕਿਸਾਨੀ ਅੰਦੋਲਨ ਨੂੰ ਸਪੋਰਟ ਨਹੀਂ ਕਰ ਰਹੇ ਸੀ ਉਹ। ਅਤੇ ਦੂਸਰੇ ਪਾਸੇ ਦਮਨਪ੍ਰੀਤ ਸਿੰਘ ਜੁੜੇ ਹੋਏ ਸਾਡੇ ਨਾਲ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਅਤੇ ਮੁਬਾਰਕਬਾਦ ਹੈ ਜੀ। थैंक यू जी, थैंक यू। ਦਮਨਪ੍ਰੀਤ ਜੀ, ਕਿਵੇਂ ਦਾ ਲੱਗ ਰਿਹਾ ਜੀ? ਅਕਸਰ ਤੁਹਾਨੂੰ ਆਪਾਂ ਦੇਖੀਦਾ ਸੀਗਾ ਮਟਕਾ ਚੌਂਕ ਉੱਤੇ ਲਗਾਤਾਰ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਤੁਸੀਂ ਲਗਾਤਾਰ ਸੰਘਰਸ਼ ਕਰਦੇ, ਲੰਬਾ ਸੰਘਰਸ਼, ਕਾਫੀ ਤੰਗੀਆਂ ਤਰੁੱਟੀਆਂ ਵੀ ਤੁਸੀਂ ਝੱਲੀਆਂ ਕਿਉਂਕਿ ਲਗਾਤਾਰ ਤੰਗ ਪਰੇਸ਼ਾਨ ਕੀਤਾ ਗਿਆ, ਅਤੇ ਅੱਜ ਤੁਸੀਂ ਉਹਨਾਂ ਨੁਮਾਇੰਦਿਆਂ ਖਿਲਾਫ ਖੜ੍ਹ ਕੇ ਉਹਨਾਂ ਨੂੰ ਹਰਾਇਆ ਹੈ ਜੀ। ਇੱਕ ਢਾਬੇ ਵਾਲੇ ਜੀ ਅਤੇ ਇੱਕ ਕਰੋੜਪਤੀ ਬੰਦਾ ਹੈ ਜੀ, ਅਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ? बहुत वधिया लग रहा है। इस भ्रष्टाचार भरे सिस्टम तो मैं परेशान हो गया सी, क्योंकि ਜਦੋਂ ਅੰਦੋਲਨ 'ਚ ਆਪਾਂ ਸੇਵਾ ਨਿਭਾਉਣ ਲੱਗੇ ਤਾਂ ਸਾਨੂੰ ਬਹੁਤ ਹੀ ਹਰਾਸ ਕੀਤਾ ਗਿਆ। ਫਿਰ ਅਸੀਂ ਇਹ ਸੋਚਿਆ ਕਿ ਬਹੁਤ ਨਾਰੇ ਲਾ ਲਏ ਚੌਂਕਾਂ 'ਤੇ ਖੜ੍ਹ ਕੇ, ਭਗਤ ਸਿਆਂ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ। ਇੱਕ ਵਾਰੀ ਭਗਤ ਸਿੰਘ ਬਣੋ, ਫਾਂਸੀ ਵੀ ਚੜ੍ਹਨਾ ਪਿਆ ਫਾਂਸੀ ਵੀ ਚੜ੍ਹੋ, ਪਰ ਮੈਦਾਨ 'ਚ ਇੱਕ ਵਾਰੀ ਸੋ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਰੋਲ ਮਾਡਲ ਮੈਨੂੰ ਬਹੁਤ ਵਧੀਆ ਲੱਗਿਆ, ਕਿਉਂਕਿ ਜਿਹੜੀਆਂ ਬੇਸਿਕਸ ਨੀਡਸ ਪਾਣੀ, ਬਿਜਲੀ, ਐਜੂਕੇਸ਼ਨ, ਹੈਲਥ ਔਰ ਸਾਡਾ ਸਾਫ ਸਫਾਈ, ਅੱਜ ਦਿੱਲੀ ਦੇ ਵਿੱਚ ਜਦੋਂ ਆਪਾਂ ਨੈੱਟ 'ਤੇ ਚੈੱਕ ਕਰਦੇ ਹਾਂ ਨਾ ਬੈਸਟ ਸਕੂਲ ਇਨ ਇੰਡੀਆ, ਤਾਂ ਦਿੱਲੀ ਦੇ ਸਰਕਾਰੀ ਸਕੂਲ ਦਿਖਾਉਂਦਾ ਹੈ। ਸੋ ਮੈਨੂੰ ਕੇਜਰੀਵਾਲ ਜੀ ਦਾ ਰੋਲ ਮਾਡਲ ਬਹੁਤ ਹੀ ਪਸੰਦ ਆ ਗਿਆ। ਉਹਨਾਂ ਦੇ ਮੁਹੱਲਾ ਕਲੀਨਿਕ ਦੇ ਮਾਡਲ, ਉਹਨਾਂ ਦੇ ਐਜੂਕੇਸ਼ਨ ਦਾ ਮਾਡਲ, ਉਹਨਾਂ ਦੇ ਬਿਜਲੀ ਪਾਣੀ ਦੇ ਜਿਹੜੇ ਇੱਕ ਪ੍ਰਤੇਕ ਪਰਿਵਾਰ ਨੂੰ ਨਿਸ਼ੁਲਕ ਦੇਣ ਦਾ ਜਿਹੜੇ ਮਾਡਲ ਹੈ, ਸੋ ਮੈਨੂੰ ਪਸੰਦ ਆ ਗਏ। ਮੈਂ ਕੇਜਰੀਵਾਲ ਜੀ ਨਾਲ ਜੁੜ ਗਿਆ, ਔਰ ਸਾਡੀ ਕਿਸਾਨ ਅੰਦੋਲਨ ਦੀ ਸ਼ੁਰੂ ਤੋਂ ਇਹੀ ਸੋਚ ਸੀ ਵੀ ਇੱਕ ਵਾਰੀ ਬੀਜੇਪੀ ਦੀਆਂ ਜੜ੍ਹਾਂ ਵੱਢਣੀਆਂ ਜੀ। ਅਤੇ ਇਹ ਵੀ ਵੀਰ ਕਿਹਾ ਜਾ ਸਕਦਾ ਅੰਦੋਲਨ ਦੇ ਚੱਲਦੇ ਆ। ਵੈਸੇ ਜੇ ਸੰਯੁਕਤ ਮੋਰਚੇ ਦੀ ਗੱਲ ਕਰ ਲਈਏ, ਉਹਨਾਂ ਨੇ ਕਿਹਾ ਸੀ ਕੋਈ ਸਿਆਸਤ ਨਹੀਂ ਕੀਤੀ ਜਾਵੇ, ਕੋਈ ਸਿਆਸੀ ਪਾਰਟੀ ਨਹੀਂ ਬਣਾਈ ਜਾਵੇਗੀ, ਪਰ ਜੇ ਕਿਸਾਨ ਉਸ ਟਾਈਮ ਕੋਈ ਪਾਰਟੀ ਅਨਾਊਂਸ ਕਰ ਦਿੰਦੇ, ਜਾਂ ਫਿਰ ਦੇਖਿਆ ਜਾਵੇ ਤਾਂ ਗੁਰਨਾਮ ਸਿੰਘ ਟਰੂਨੀ ਨੂੰ ਵੀ ਪਾਰਟੀ ਅਨਾਊਂਸ ਕੀਤੀ ਹੋਈ ਆ, ਤਾਂ ਫਿਰ ਜੇ ਕਿਸਾਨ ਪਾਰਟੀ ਅਨਾਊਂਸ ਕਰ ਦਿੰਦੇ ਫਿਰ ਵੀ ਤੁਸੀਂ ਆਮ ਆਦਮੀ ਪਾਰਟੀ ਚਾਹੁੰਦੇ ਜਾਂ ਫਿਰ ਕਿਸਾਨਾਂ ਵੱਲੋਂ ਕਿਸਾਨਾਂ ਦੀ ਪਾਰਟੀ ਨਾਲ ਖੜ੍ਹ ਕੇ ਲੜਦੇ? ਦੇਖੋ, ਅੰਦੋਲਨ ਤੋਂ ਪਹਿਲਾਂ ਹੀ ਮਤਲਬ 2-2.5 ਮਹੀਨੇ ਪਹਿਲਾਂ ਹੀ ਸਾਡੇ ਚੰਡੀਗੜ੍ਹ ਦੇ ਵਿੱਚ ਇਲੈਕਸ਼ਨ ਅਨਾਊਂਸ ਹੋ ਚੁੱਕੀ ਸੀ, ਔਰ ਮੈਂ ਇਹ ਸੋਚਦਾ ਵੀ ਜਦੋਂ ਕਿਸਾਨ ਆਪਣੀ ਪਾਰਟੀ ਬਣਾ ਰਹੇ ਤਾਂ ਉਹਨਾਂ ਨੂੰ ਪਾਰਟੀ ਬਣਾਉਣ ਦੀ ਲੋੜ ਨਹੀਂ, ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਬੈਠ ਕੇ ਹੀ ਕਹਿ ਰਹੇ ਸੀ ਵੀ ਸਿਆਸਤ ਨਹੀਂ ਕਰਨੀ। ਸੋ
ਉਦੋਂ ਅੰਦੋਲਨ ਨੂੰ ਢਾਹ ਲੱਗ ਜਾਣੀ ਸੀ। ਇਸ ਕਰਕੇ ਮੈਂ ਆਪਣਾ ਅੰਦੋਲਨ ਦੀ ਜਿੰਨੀ ਕੁ ਮੇਰੇ ਤੋਂ ਸੇਵਾ ਨਿਭਾਉਂਦੀ ਹੋਏ ਮੈਂ ਨਿਭਾਈ। ਉਸ ਤੋਂ ਬਾਅਦ ਅਸੀਂ ਜਦੋਂ ਦਾ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਉਦੋਂ ਦਾ ਅਸੀਂ ਪਾਰਟੀ ਲਈ ਕੰਮ ਕਰ ਰਹੇ ਹਾਂ। ਤੇ ਅਰੁਣ ਸੂਦ ਨਾਲ ਵੀ ਗੱਲਬਾਤ ਕੀਤੀ, ਉਹਨਾਂ ਦਾ ਕਾਫੀ ਸਾਰਾ ਉਹ ਲਗਾਤਾਰ ਇਹੀ ਕਹਿ ਰਹੇ ਆ ਕਿ ਅਗਰ ਦਿੱਲੀ ਮਾਡਲ ਚੰਡੀਗੜ੍ਹ 'ਚ ਆਏ ਤਾਂ ਚੰਡੀਗੜ੍ਹ ਵਿੱਚ ਕੀ ਚੰਡੀਗੜ੍ਹ ਨੂੰ ਪ੍ਰਦੂਸ਼ਣ ਕਰਨਾ ਚਾਹੁੰਦੀ ਆਮ ਆਦਮੀ ਪਾਰਟੀ, ਪ੍ਰਦੂਸ਼ਿਤ ਕਰਦੀ, ਕਿ ਇਸ ਤਰ੍ਹਾਂ ਦੇ ਇਲਜ਼ਾਮ ਅਕਸਰ ਆਮ ਆਦਮੀ ਪਾਰਟੀ 'ਤੇ ਲਗਾ ਰਹੇ ਆ ਜੀ। ਦੇਖੋ ਗੱਲ ਇੱਦਾਂ ਹੈ, ਰੋਲ ਮਾਡਲ ਉਹਨਾਂ ਨੂੰ ਸਮਝ ਹੀ ਨਹੀਂ ਆਇਆ ਹੈ ਕਿ ਰੋਲ ਮਾਡਲ ਜਿਸ ਇਨਸਾਨ ਨੇ ਕੰਮ ਕਰਨੇ ਹੋਣ ਉਹਨੂੰ ਰੋਲ ਮਾਡਲ ਸਮਝ ਆਉਂਦਾ ਹੈ, ਔਰ ਜਿਸ ਇਨਸਾਨ ਨੇ ਕੰਮ ਕਰਵਾਉਣੇ ਹੋਣ ਉਹਨੂੰ ਰੋਲ ਮਾਡਲ ਸਮਝ ਆਉਂਦਾ ਹੈ। ਇਹਨਾਂ ਦਾ ਰੋਲ ਮਾਡਲ ਹੈਗਾ ਵੀ ਜਿੰਨੇ ਪਾਰਕਸ ਨੇ, ਜਿੰਨੇ ਪਬਲਿਕ ਟਾਇਲਟਸ ਨੇ, ਆਪਣੇ ਰਿਸ਼ਤੇਦਾਰਾਂ ਨੂੰ ਠੇਕਾ ਦੇ ਦਿਓ। ਇਹ ਇਹਨਾਂ ਦਾ ਰੋਲ ਮਾਡਲ ਹੈ। ਇਹਨਾਂ ਦਾ ਰੋਲ ਮਾਡਲ ਹੈ ਮੇਰੀ ਕਮਿਸ਼ਨ ਮੇਰੀ ਜੇਬ 'ਚ ਪਾ ਦਿਓ, ਤੁਹਾਨੂੰ ਪਾਰਕ ਦਾ ਠੇਕਾ ਦਿੱਤਾ ਜਾਏਗਾ। ਇਹ ਇਹਨਾਂ ਦਾ ਰੋਲ ਮਾਡਲ ਹੈ। ਸੋ ਜਨਤਾ ਬਦਲਾਵ ਚਾਹੁੰਦੀ ਹੈ। ਅਸੀਂ ਘਰ ਘਰ ਜਾ ਕੇ ਕੇਜਰੀਵਾਲ ਰੋਲ ਮਾਡਲ ਸਮਝਾਇਆ ਅਤੇ ਅੱਜ 828 ਵੋਟਾਂ ਤੋਂ ਜੇਤੂ ਕਰਾਰ ਹੋਏ, ਉਹ ਵੀ ਇਹਨਾਂ ਦੇ ਮੇਅਰ ਨੂੰ ਹਰਾ ਕੇ। ਸੋ ਰੋਲ ਮਾਡਲ ਦੱਸਣ ਵਾਲੀ ਗੱਲ ਹੈ। ਉਹ ਆਪਣੇ ਲਿਹਾਜ਼ ਵਿੱਚ ਦੱਸ ਰਹੇ ਨੇ, ਅਸੀਂ ਆਪਣੇ ਲਿਹਾਜ਼ ਵਿੱਚ। ਕਿਸ ਤਰ੍ਹਾਂ ਦਾ 5 ਚੀਜ਼ਾਂ ਅਸੀਂ ਕਰਾਂਗੇ: ਹੈਲਥ, ਐਜੂਕੇਸ਼ਨ, ਬਿਜਲੀ, ਪਾਣੀ ਔਰ ਸਫਾਈ। ਤਾਂ ਚੰਡੀਗੜ੍ਹ ਦੁਬਾਰਾ ਨੰਬਰ 1 ਲੈ ਕੇ ਆਵਾਂਗੇ ਜੀ। ਮਤਲਬ ਜਿਹੜੇ ਤੁਸੀਂ ਰੋਲ ਮਾਡਲ ਦੱਸ ਰਹੇ ਹੋ ਲੋਕਾਂ ਦੇ ਵਿੱਚ, ਲੋਕਾਂ ਨੂੰ ਜਾ ਕੇ ਸਮਝਾਇਆ, ਪਰ ਉਹ ਲਗਾਤਾਰ ਕਹਿ ਰਹੇ, ਕਹਿੰਦੇ ਸਿਰਫ ਲੋਕਾਂ ਨੂੰ ਭਰਮਾਇਆ ਜਾ ਰਿਹਾ, ਹੋਣਾ ਇੱਦਾਂ ਦਾ ਕੁਝ ਨਹੀਂ ਹੈਗਾ, ਸਿਰਫ ਭਰਮਾ ਕੇ ਸਾਡੀਆਂ ਵੋਟਾਂ ਪੱਟ ਕੇ ਆਪਣੇ ਵੱਲ ਕਰ ਲਈਆਂ ਗਈਆਂ। ਦੇਖੋ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਰੋਲ ਮਾਡਲ ਲੋਕਾਂ ਨੂੰ ਸਮਝਾਇਆ, ਤਾਂ ਤੀਜੀ ਵਾਰ ਦੁਬਾਰਾ ਕੇਜਰੀਵਾਲ ਸਾਹਿਬ ਆ ਰਹੇ ਨੇ। ਉਹਨਾਂ ਨੂੰ ਕਿੰਨਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਉਹਨਾਂ ਦੇ ਸੈਂਟਰ 'ਚ ਵੀ ਬੀਜੇਪੀ, ਉਹਨਾਂ ਦੇ MCD 'ਚ ਵੀ ਬੀਜੇਪੀ, ਪਰ ਫਿਰ ਵੀ ਦੋਨਾਂ ਨੂੰ ਨੱਥ ਪਾ ਕੇ ਰੱਖੀ ਹੋਈ ਹੈ। ਸੋ ਇਹ ਬੰਦੇ ਦੇ ਕੰਮ ਕਰਨ ਦਾ ਤਰੀਕਾ ਹੈ, ਨੱਥ ਪਾਉਣ ਦਾ ਤਰੀਕਾ ਹੈ। ਅਸੀਂ ਆਪਣਾ ਇੱਕ ਵਾਰੀ ਮੇਅਰ ਬਣਾ ਲਈਏ, ਡੈਫੀਨੇਟਲੀ ਉਹਨਾਂ ਨੂੰ ਵੀ ਨੱਥ ਪਾਵਾਂਗੇ ਔਰ ਚੰਡੀਗੜ੍ਹ ਨੂੰ ਇੱਕ ਵਾਰੀ ਬਣਾ ਕੇ ਦਿਖਾਵਾਂਗੇ। ਦਮਨਪ੍ਰੀਤ ਜੀ, ਕ੍ਰੈਡਿਟ ਕਿਹਨਾਂ ਨੂੰ ਜਾਂਦਾ ਹੈ ਜੀ? ਕਿਸਾਨੀ ਅੰਦੋਲਨ ਦੀ ਵੀ ਗੱਲ ਆ, ਜੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਦਿੱਲੀ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ, ਕਾਫੀ ਸ਼ਲਾਘਾ ਵੀ ਉਹਨਾਂ ਦੀ ਹੈਗੀ ਹੈ ਨਾ, ਦਿੱਲੀ ਦੇ ਵਿੱਚ ਕਾਫੀ ਵਧੀਆ ਕੰਮ ਕਰ ਰਹੀ। ਦੂਸਰੇ ਪਾਸੇ ਕਿਸਾਨੀ ਅੰਦੋਲਨ ਆ, ਉਹਦੇ ਨਾਲ ਤੁਸੀਂ ਜੁੜੇ ਹੋ, ਕ੍ਰੈਡਿਟ ਕਿਹਨੂੰ ਦਿੰਦੇ ਹੋ ਤੁਸੀਂ ਤੁਹਾਡੀ ਜਿੱਤ ਦਾ ਜੀ? ਦੇਖੋ ਕਿਸਾਨੀ ਅੰਦੋਲਨ ਦੇ ਵਿੱਚ ਮੈਂ ਸੇਵਾ ਨਿਭਾ ਰਿਹਾ ਸੀ, ਮੇਰੀ ਇੱਕ ਜ਼ਿੰਮੇਵਾਰੀ ਸੀ, ਮੈਂ ਆਪਣੀ ਜ਼ਿੰਮੇਵਾਰੀ ਨਿਭਾਈ। ਪਰ ਜਿਹੜੀ ਅੱਜ ਜਿੱਤ ਦਾ ਸ਼੍ਰੇਅ ਹੈ ਇਹ ਆਮ ਆਦਮੀ ਪਾਰਟੀ ਕੇਜਰੀਵਾਲ ਜੀ ਦੀ ਸੋਚ ਨੂੰ ਜਾਂਦਾ ਹੈ, ਕੇਜਰੀਵਾਲ ਜੀ ਦੇ ਰੋਲ ਮਾਡਲ ਨੂੰ ਜਾਂਦਾ ਹੈ। ਕਿਉਂਕਿ ਜਿੰਨੇ ਵੀ ਸਾਡੇ ਇੱਥੇ ਕਿਸਾਨ ਹਿਤੈਸ਼ੀ ਨੇ ਉਹ ਵੀ ਮੈਨੂੰ ਹੀ ਸਪੋਰਟ ਕਰਦੇ ਨੇ, ਉਹ ਮੈਨੂੰ ਹੀ ਪਿਆਰ ਕਰਦੇ ਨੇ ਵੀ ਇਸ ਬੱਚੇ ਨੇ ਸੇਵਾਵਾਂ ਨਿਭਾਈਆਂ ਨੇ, ਅੱਜ ਇਹ ਰਾਜਨੀਤੀ ਵਿੱਚ ਸੇਵਾ ਨਿਭਾਉਣ ਦੇ ਲਈ ਚੰਡੀਗੜ੍ਹ ਦੇ ਵਿੱਚ ਮੈਦਾਨ 'ਚ ਉਤਰਿਆ। ਸੋ ਅੱਜ ਉਹਦਾ ਹੀ ਪ੍ਰਤਾਪ ਹੈ, ਉਹਨਾਂ ਦੇ ਆਸ਼ੀਰਵਾਦ ਨਾਲ ਅੱਜ ਇੱਥੇ ਪਹੁੰਚਿਆ ਜੀ। ਜੇ ਆਪਾਂ ਗੱਲ ਕਰ ਲਈਏ, ਜਿਸ ਟਾਈਮ ਤੁਸੀਂ ਸਿਆਸਤ ਵਿੱਚ ਨਹੀਂ ਸੀ, ਸੇਵਾ ਨਿਭਾ ਰਹੇ ਸੀ ਕਿਸਾਨੀ ਅੰਦੋਲਨ ਦੇ ਨਾਲ, ਤਾਂ ਉਸ ਟਾਈਮ ਤਾਂ ਨਹੀਂ ਸੋਚਿਆ ਹੋਇਆ ਚਲੋ ਚੋਣਾਂ ਲੜ ਕੇ ਜਿੱਤਾਂਗੇ ਆਪਾਂ, ਤੇ ਇੱਕ ਤੁਹਾਨੂੰ ਟਾਰਗੇਟ ਮਿਲ ਗਿਆ, ਇੱਕ ਤੁਸੀਂ ਵੱਡੇ ਅਹੁਦੇ 'ਤੇ ਪਹੁੰਚ ਗਏ ਹੋ, ਤੇ ਕੱਲ੍ਹ ਨੂੰ ਲੱਗਦਾ ਕਿ ਇਹ ਤੋਂ ਵੱਡਾ ਵੀ ਸੁਪਨਾ ਤੁਹਾਡਾ ਕੋਈ ਹੋਊਗਾ, ਜਾਂ ਤੁਹਾਡਾ ਸੁਪਨਾ ਹੈਗਾ MP ਬਣਨ ਦਾ, ਜੇ ਤੋਂ ਅੱਗੇ ਜਾਣ ਦਾ ਜੀ? ਦੇਖੋ ਹਲੇ ਸ਼ੁਰੂਆਤ ਹੈ, ਹਲੇ ਮੇਰਾ ਸੁਪਨਾ ਮੇਰਾ ਵਾਰਡ ਹੈ। ਜਦੋਂ ਅੱਜ ਕੇਜਰੀਵਾਲ ਦੇ ਨਾਮ ਨੂੰ ਮੈਨੂੰ ਵੋਟਾਂ ਪਈਆਂ ਨੇ, ਅਤੇ ਜੇ ਮੈਂ ਕੱਲ੍ਹ ਨੂੰ ਕਿਸੇ ਵੱਡੇ ਲੈਵਲ 'ਤੇ ਜਾਣਾ, ਜੋ ਤੁਹਾਡਾ ਸਵਾਲ ਹੈ ਕਿ ਕੱਲ੍ਹ ਨੂੰ MP 'ਤੇ ਵੀ ਜਾਣਾ, ਪਹਿਲਾਂ ਮੈਨੂੰ ਆਪਣੇ ਵਾਰਡ 'ਚ ਹੀ ਕੰਮ ਕਰ ਲੈਣ ਦਿਓ। ਮੈਂ ਆਪਣੇ ਵਾਰਡ ਦੇ ਦੁਬਾਰਾ ਜੋ ਗੰਦਗੀ ਦੇ ਢੇਰ ਨੇ, ਜੋ ਸਾਡਾ ਚੰਡੀਗੜ੍ਹ ਇਸ ਟਾਈਮ 66ਵੇਂ ਰੈਂਕ 'ਤੇ ਪਹੁੰਚ ਚੁੱਕਾ ਹੈ, ਤੋ ਐਟਲੀਸਟ ਆਪਣੇ ਵਾਰਡ ਨੂੰ ਅਤੇ ਆਪਣੇ ਚੰਡੀਗੜ੍ਹ ਨੂੰ ਪਹਿਲੇ ਰੈਂਕ 'ਤੇ ਤਾਂ ਲੈ ਕੇ ਆਈਏ। ਸੋ ਹਲੇ ਬੜੀ ਉਮਰ ਪਈ ਹੈ, 30 ਸਾਲ ਮੇਰੀ ਉਮਰ ਹੈ, 31 ਸਾਲ, ਸੋ ਬੜੀ ਉਮਰ ਪਈ ਹੈ, ਪਹਿਲਾਂ ਜਨਤਾ ਦੀ ਸੇਵਾ ਕਰ ਲਈ ਹੈ। ਸੋ ਜਿਵੇਂ ਜਿਵੇਂ ਵਾਹਿਗੁਰੂ ਅੱਗੇ ਲੈ ਕੇ ਜਾਂਦਾ ਰਹੇਗਾ ਜ਼ਰੂਰ ਜਾਵਾਂਗੇ ਜੀ। ਤੇ ਮੇਅਰ ਲਈ ਹੈਗੇ ਚਾਂਸ, ਲੱਗਦਾ ਹੈ ਕਿ ਪਾਰਟੀ ਤੁਹਾਨੂੰ ਮੇਅਰ ਲਈ ਚੁਣੂਗੀ, ਅਗਰ ਚੁਣਦੀ ਆ ਤੁਸੀਂ ਐਗਰੀ ਹੋਵੋਗੇ ਉਹਦੇ ਲਈ ਜੀ? ਬਿਲਕੁਲ ਜੀ ਬਿਲਕੁਲ, ਪਾਰਟੀ ਹਾਈਕਮਾਨ ਜੋ ਵੀ ਫੈਸਲਾ ਲਏਗੀ ਉਹ ਮੇਰੇ ਸਿਰ ਮੱਥੇ ਹੈ ਜੀ। ਤੇ ਲੱਗਦਾ ਹੈ ਕਿ ਮੇਅਰ ਆਪਣੀ ਪਾਰਟੀ ਦਾ ਬਣੂਗਾ? ਲਗਾਤਾਰ ਅਰੁਣ ਸੂਦ ਜੀ ਹੁਣੀ ਕਹਿ ਰਹੇ ਆ ਕਿ ਮੇਅਰ ਤਾਂ ਇਸ ਵਾਰ ਸਾਡਾ ਹੀ ਬਣੇਗਾ। ਸੋ ਦੇਖੋ ਇਹ ਨਾ ਪਾਰਟੀ ਹਾਈਕਮਾਨ ਲੱਗੇ ਹੋਏ ਨੇ, ਦੋਨੋਂ ਪਾਰਟੀ ਆਪਣਾ ਆਪਣਾ ਜ਼ੋਰ ਲਗਾ ਰਹੀ ਹੈ। ਸੋ ਫਿਲਹਾਲ ਮੈਜੋਰਟੀ ਸਾਡੇ ਕੋਲ ਹੀ ਹੈ ਜ਼ਿਆਦਾ, ਸੋ ਕੋਸ਼ਿਸ਼ ਹੈ ਵੀ ਸਾਡਾ ਹੀ ਮੇਅਰ ਬਣੇਗਾ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਾਡੇ ਨਾਲ ਵੀਰ ਦਮਨਪ੍ਰੀਤ ਜੀ ਹੁਣੀ ਜੁੜੇ ਹੋਏ ਸੀ, ਗੱਲਬਾਤ ਕੀਤੀ ਇਹਨਾਂ ਦੇ ਨਾਲ। ਵੱਡਾ ਬਦਲਾਅ ਚੰਡੀਗੜ੍ਹ 'ਚ ਦੇਖਣ ਨੂੰ ਮਿਲਿਆ, ਆਮ ਆਦਮੀ ਪਾਰਟੀ ਨੇ ਵੱਡਾ ਝਟਕਾ
ਵਿਰੋਧੀ ਪਾਰਟੀਆਂ ਨੂੰ ਦਿੱਤਾ ਹੈ, ਜਿਹੜੇ ਤੰਜ ਕੱਸ ਰਹੇ ਸੀ ਉਹਨਾਂ ਦਾ ਜਵਾਬ ਜਿਹੜਾ ਆ ਉਹ ਵੋਟਾਂ ਦੇ ਵਿੱਚ ਦਿੱਤਾ, ਲੋਕਾਂ ਨੇ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ। ਹੁਣ ਸਭ ਤੋਂ ਵੱਡਾ ਦੇਖਣ ਵਾਲਾ ਹੋਵੇਗਾ, ਕਿਉਂਕਿ ਲਗਾਤਾਰ ਇਲਜ਼ਾਮ ਲੱਗਦੇ ਨੇ ਬੀਜੇਪੀ ਉੱਤੇ ਕਿ ਪਹਿਲੇ ਨੰਬਰ ਤੋਂ ਚੰਡੀਗੜ੍ਹ ਨੂੰ 66ਵੇਂ ਨੰਬਰ ਤੇ ਲਿਆਤਾ, ਕੋਈ ਤਰੱਕੀ ਨਹੀਂ ਹੋਈ, ਸਫਾਈ ਨੂੰ ਲੈ ਕੇ ਹਰੇਕ ਚੀਜ਼ ਨੂੰ ਲੈ ਕੇ ਜਿਹੜੇ ਤੰਜ ਅਕਸਰ ਬੀਜੇਪੀ ਪਾਰਟੀ ਉੱਤੇ ਜਿਹੜੇ ਆ ਉਹ ਕੱਸੇ ਜਾਂਦੇ। ਹੁਣ ਦੇਖਣ ਵਾਲਾ ਹੋਵੇਗਾ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਲੋਕਾਂ ਨੂੰ ਕੀ ਮਾਡਲ ਦਿੰਦੀ ਆ, ਕਿਸ ਤਰ੍ਹਾਂ ਜਿਹੜਾ ਆ ਚੰਡੀਗੜ੍ਹ ਦੇ ਲੋਕਾਂ ਲਈ ਵਧੀਆ ਕੰਮ ਕਰ ਪਾਉਂਦੀ ਆ। ਸੋ ਕੈਮਰਾਮੈਨ ਦੀਪ ਦੇ ਨਾਲ ਅਮਨਦੀਪ ਸਿੰਘ ਗੜੀ, ਸਕਰੋਲ ਪੰਜਾਬ, ਚੰਡੀਗੜ੍ਹ।